हाँ जी बेटा, मैं दोबारा तो स्क्रीन शेयर की है, तो उन्हें दिखाई देगी। ओके चलो बच्चों करते हैं स्टार्ट हम। आई थिंक एक दो बच्चे होर ऐड होने की कोशिश कर रहे हैं। चलो तो अपने जो चैप्टर का नाम हैगा वो तुसी जिवें देख सकते हो स्क्रीन के ऊपर, वो हैगा क्रॉप प्रोडक्शन एंड मैनेजमेंट, फसल उत्पादन। श्रीकाल जी, फसल उत्पादन ਅਤੇ ਪ੍ਰਬੰਧਨ। ਇਹ ਆਪਣਾ ਸਾਇੰਸ ਦਾ ਪਹਿਲਾ ਚੈਪਟਰ ਹੈਗਾ ਜਿਸਨੂੰ ਅਸੀਂ ਅੱਜ ਸਟਾਰਟ ਕਰਾਂਗੇ ਇੱਥੇ। ਸੋ ਅੱਜ ਪਹਿਲਾਂ ਤਾਂ ਆਪਾਂ ਇਹ ਦੇਖ ਲੈਂਦੇ ਹਾਂ ਕਿ ਪੜ੍ਹਨਾ ਕੀ ਹੈ ਨਾ। ਸਭ ਤੋਂ ਪਹਿਲਾਂ ਇਹ ਦੇਖਾਂਗੇ ਪੜਾਂਗੇ ਕੀ। ਸਟਾਰਟਿੰਗ ਤੇ ਥੋੜਾ ਹੌਲੀ ਹੌਲੀ ਸਿਲੇਬਸ ਨੂੰ ਸਟਾਰਟ ਕਰਾਂਗੇ ਐਂਡ ਜਦੋਂ ਹੀ ਤੁਹਾਨੂੰ ਇੱਕ ਵਾਰ ਜ਼ੂਮ ਐਪ ਦਾ ਕਲੀਅਰ ਪਤਾ ਚੱਲ ਗਿਆ ਇਹਨੂੰ ਚਲਾਉਣਾ ਕਿਵੇਂ ਹੈ, ਉਸ ਤੋਂ ਬਾਅਦ ਜੋ ਸਿਲੇਬਸ ਹੈ ਬੇਟਾ ਉਸਨੂੰ ਹੋਰ ਤੇਜ਼ ਕਰ ਦਿਆਂਗੇ। ਲੇਕਿਨ ਜਿੰਨਾ ਆਪਾਂ ਪੜਾਂਗੇ ਮੇਕ ਸ਼ੋਰ ਕਿ ਤੁਹਾਨੂੰ ਉਹ ਸਮਝ ਆਉਣਾ ਚਾਹੀਦਾਗਾ। ਅਗਰ ਕਿਤੇ ਵੀ ਤੁਹਾਨੂੰ ਲੱਗੇ ਕਿ ਨਹੀਂ ਪਤਾ ਚੱਲਦਾ ਪਿਆ ਤਾਂ ਨਾਲ ਦੀ ਨਾਲ ਪੁੱਛ ਵੀ ਸਕਦੇ ਹੋ। ਚਲੋ ਇਸ ਤੋਂ ਬਾਅਦ ਬੇਟਾ ਨੈਕਸਟ ਸਕਰੀਨ ਹੁਣ ਤੁਹਾਡੇ ਅੱਗੇ ਹੈਗੀ ਜਿੱਥੇ ਮੈਂ ਲਿਖਿਆ ਹੈਗਾ ਉਦੇਸ਼। ਜਦੋਂ ਵੀ ਆਪਣੀ ਕਲਾਸ ਸਟਾਰਟ ਹੋਵੇਗੀ ਤਾਂ ਸਭ ਤੋਂ ਪਹਿਲਾਂ ਉਦੇਸ਼ ਹੀ ਲਿਖਿਆ ਤੁਹਾਨੂੰ ਮਿਲੇਗਾ। ਉਦੇਸ਼ ਦਾ ਮਤਲਬ ਯਸ ਜਸ਼ਨਦੀਪ ਕੌਰ, ਜਸ਼ਨਦੀਪ ਕੌਰ कोई प्रॉब्लम बेटा? दूसरा बच्चा कोई भी दसे प्लीज। मेरी आवाज आ रही है ਤੁਹਾਡੇ तक? हाँ जी सर जी आ रही है। ओके बेटा, सब तो पहला बेटा ਤੁਹਾਨੂੰ यही लिखिया मिलूगा कि अपने उद्देश्य की ने पढ़न दे। ਅੱਜ ਆਪਾਂ पढ़ना की है, ठीक है? तो ਅੱਜ जो ਆਪਾਂ ਮੇਨ ਕੰਮ ਕਰਨਾ, ਜੋ ਆਪਾਂ ਮੇਨ ਪੜਾਂਗੇ ਅੱਜ ਉਹ ਹੈਗਾਗਾ ਆਪਣਾ ਖਰੀਫ ਤੇ ਰੱਬੀ ਦੀਆਂ ਫਸਲਾਂ ਬੇਟਾ। ਖਰੀਫ ਤੇ ਰੱਬੀ ਦੀਆਂ ਫਸਲਾਂ ਜਿਨ੍ਹਾਂ ਨੂੰ ਆਪਾਂ ਮੇਨ ਪੜਾਂਗੇ ਅੱਜ। ਕਾਰ खरीफ एंड रबी क्रॉप्स, राइट? जशनदीप कौर बेटा आवाज आ रही है? थोड़ी वीडियो में देख सकदा गा, कोई प्रॉब्लम बेटा? ना जी सर। ओके बेटा चलो स्टार्ट करिए फिर रबी खरीफ ते रबी ਦੀਆਂ ਫਸਲਾਂ ਤੋਂ, राइट? जो मेन अपना उद्देश्य है। ਉਸ ਤੋਂ ਬਾਅਦ ਅਸੀਂ ਸ਼ੁਰੂ ਕਰ ਦਿਆਂਗੇ ਫਸਲ ਉਤਪਾਦਨ ਸੰਬੰਧੀ ਮੁੱਖ ਖੇਤੀ ਪ੍ਰਬੰਧਨ ਜੋ ਸਾਡੇ ਹੈਗੇ ਨੇ, ਇਹ ਸਾਡੇ ਸਟਾਰਟ ਹੋ ਜਾਣਗੇ ਬੇਟਾ। ਉਸ ਤੋਂ ਬਾਅਦ ਪਹਿਲਾਂ ਜਿਹੜੇ ਦੋ ਪੁਆਇੰਟ ਬੇਟਾ ਲਿਖੇ ਹੈ ਕੀ ਤੁਸੀਂ ਉਹਨਾਂ ਨੂੰ ਦੇਖ ਸਕਦੇ ਹੋ? ਵਿਜ਼ੀਬਲ ਨੇ जी देख सकते। ਜਸ਼ਨ ਬੇਟਾ ਤੁਸੀਂ ਵੀ ਦੇਖ ਸਕਦੇ ਹੋ? ਜਸ਼ਨਦੀਪ ਕੌਰ? हाँ जी। ओके बेटा चलो बेटा स्टार्ट करिए सब तो पहला। अच्छा सब तो पहला ਆਪਾਂ ਖਰੀਫ ਦੀਆਂ ਫਸਲਾਂ ਬਾਰੇ ਗੱਲ ਕਰਾਂਗੇ। ਖਰੀਫ ਦੀਆਂ ਫਸਲਾਂ ਮੈਂ ਜੋ ਹੈਡਿੰਗ ਨੇ ਬੇਟਾ ਉਹ ਇੰਗਲਿਸ਼ ਦੇ ਵਿੱਚ ਵੀ ਲਿਖੇ ਨੇ, ਰਾਈਟ? ਸੋ ਦੈਟ ਤੁਹਾਨੂੰ ਥੋੜਾ ਜਿਹਾ ਆਈਡੀਆ ਹੋ ਜੇ ਇੰਗਲਿਸ਼ ਦੇ ਵਿੱਚ ਕਿੱਦਾਂ ਲਿਖਣਾ ਹੈਗਾ। ਯਾਦ ਕਰਨ ਨੂੰ ਤੁਸੀਂ ਪੰਜਾਬੀ ਦੇ ਵਿੱਚ ਕਰ ਸਕਦੇ ਹੋ ਜੇਕਰ ਤੁਹਾਡਾ ਮੀਡੀਅਮ ਪੰਜਾਬੀ ਹੈ ਤਾਂ। ਅੱਛਾ ਸਭ ਤੋਂ ਪਹਿਲਾਂ ਇਹ ਹੁੰਦੀਆਂ ਕੀ? ਅੱਛਾ ਤੁਹਾਡੇ ਸਾਹਮਣੇ ਮੈਂ ਇੱਕ ਪਿਕਚਰ ਸ਼ੋ ਕੀਤੀ ਹੈ ਬੇਟਾ ਜੋ ਕਿ ਤੁਹਾਨੂੰ ਹੁਣੀ ਸ਼ੋ ਹੋ ਜਾਏਗੀ। ਕੀ ਕੋਈ ਬੱਚਾ ਮੈਨੂੰ ਦੱਸ ਸਕਦਾ ਕੀ ਲਗਾ ਰਹੇ ਨੇ ਇਹ ਪਰਸਨ ਖੇਤ ਦੇ ਵਿੱਚ? जीरी। जी ओके बेटा चावल, राइट? दैट्स गुड। हाँ जी। ਉਸ ਤੋਂ ਬਾਅਦ ਇੱਕ ਪਿਕਚਰ ਤੁਹਾਡੇ ਸਾਹਮਣੇ ਹੋਰ ਆਏਗੀ, ਇਸ ਨੂੰ ਕੀ ਕਹਾਂਗੇ ਅਸੀਂ? नरमा। नरमा। ਯੈਸ ਬੇਟਾ ਨਰਮਾ, ਕਾਟਨ, ਨਰਮਾ, ਦੈਟਸ ਫਾਈਨ। ਸੋ ਜਿਹੜੀਆਂ ਮੈਂ ਇੱਥੇ ਦੋਨੋਂ ਫਸਲਾਂ ਤੁਹਾਨੂੰ ਸ਼ੋ ਕੀਤੀਆਂ ਨੇ, ਇਹ ਸਾਡੀਆਂ ਖਰੀਫ ਦੀਆਂ ਫਸਲਾਂ ਨੇ। ਖਰੀਫ ਦੀਆਂ ਫਸਲਾਂ ਨਰਮਾ ਇੱਕ ਆਪਣਾ ਹੋ ਗਿਆ, ਕਾਟਨ ਜਿਹਨੂੰ ਬੋਲਦੇ ਆ, ਦੂਸਰਾ ਚਾਵਲ ਜਿਸਨੂੰ ਪੈਡੀ ਵੀ ਬੋਲਦੇ ਆ ਬੇਟਾ। तो इतो ਤੁਹਾਨੂੰ ਥੋੜਾ ਜਿਹਾ ਦੇਖ ਕੇ ਜਲਦੀ ਯਾਦ ਹੋ ਜਾਏਗਾ। ਹੁਣ ਜੋ ਪੇਪਰ ਦੇ ਲਈ ਤੁਸੀਂ ਯਾਦ ਕਰਨਾ ਹੈ ਕਿ ਕਿੱਦਾਂ ਤੁਹਾਨੂੰ ਕੁਐਸਚਨ ਆ ਸਕਦਾ ਹੈ, ਲਿਖਣਾ ਕਿਵੇਂ ਹੈ ਤੁਸੀਂ, ਜਿਵੇਂ ਸਭ ਤੋਂ ਪਹਿਲਾਂ ਤੁਸੀਂ ਪਰਿਭਾਸ਼ਾ ਦੇ ਸਕਦੇ ਹੋ ਬੇਟਾ। ਖਰੀਫ ਦੀਆਂ ਫਸਲਾਂ ਉਹ ਫਸਲਾਂ ਨੇ ਜੋ ਬਰਖਾ ਰੁੱਤ ਵਿੱਚ ਉਗਾਈਆਂ ਜਾਂਦੀਆਂ ਨੇ, ਜੋ ਬਰਖਾ ਦੀ ਰੁੱਤ ਦੇ ਵਿੱਚ ਉਗਾਈਆਂ ਜਾਂਦੀਆਂ ਨੇ ਉਹਨਾਂ ਨੂੰ ਅਸੀਂ ਖਰੀਫ ਦੀਆਂ ਫਸਲਾਂ ਬੋਲਦੇ ਹਾਂ। ਇਹਨਾਂ ਦੀ ਪਰਿਭਾਸ਼ਾ ਆ ਜਾਂਦੀ ਹੈ, ਇਹਨਾਂ ਦੀ ਡੈਫੀਨੇਸ਼ਨ ਆ ਜਾਂਦੀ ਹੈ।
ਅੱਛਾ ਜੀ, ਇਹਨਾਂ ਦੀ ਆਪਾਂ ਉਦਾਹਰਨਾਂ ਦੀ ਗੱਲ ਕਰੀਏ ਤਾਂ ਜੋ ਤੁਸੀਂ ਹੁਣ ਦੇਖਿਆ ਉਦਾਹਰਨਾਂ ਨੇ, ਜਿਵੇਂ ਚਾਵਲ ਹੋ ਗਿਆ, ਕਪਾਹ ਹੋ ਗਿਆ, ਠੀਕ ਹੈ, ਇਹਨਾਂ ਦੀਆਂ ਉਦਾਹਰਨਾਂ ਨੇ, ਐਗਜ਼ਾਮਪਲਸ ਨੇ। ਇਸ ਤੋਂ ਇਲਾਵਾ ਵੀ ਬੇਟਾ ਹੋਰ ਵੀ ਬਹੁਤ ਸਾਰੇ ਐਗਜ਼ਾਮਪਲਸ ਨੇ, ਅਗਰ ਤੁਸੀਂ ਬੁੱਕ ਨੂੰ ਫੋਲੋ ਕਰੋ, ਲੇਕਿਨ ਇਹ ਮੇਨ ਨੇ ਜੋ ਤੁਹਾਨੂੰ ਯਾਦ ਰੱਖਣੀਆਂ ਹੀ ਪੈਣਗੀਆਂ। ਤੇ ਸਾਡੇ ਏਰੀਏ ਦੇ ਵਿੱਚ ਇਹ ਲਾ ਲਓ, ਸਾਡੇ ਆਲੇ ਦੁਆਲੇ ਦੇ ਵਿੱਚ ਕਾਮਨ ਹੀ ਆਪਾਂ ਨੂੰ ਦੇਖਣ ਨੂੰ ਮਿਲ ਜਾਂਦੀਆਂ ਨੇ। ਦੂਸਰੀਆਂ ਮੈਂ ਤੁਹਾਨੂੰ ਪੀਡੀਐਫ ਦੇ ਵਿੱਚ ਸ਼ੋ ਕਰ ਦਿਆਂਗਾ ਜਿਹੜੀਆਂ ਹੋਰ ਫਸਲਾਂ ਨੇ, ਲੇਕਿਨ ਇੱਕ ਵਾਰ ਲਿਖਣਾ ਕਿਵੇਂ ਹੈ ਤੁਹਾਨੂੰ ਥੋੜਾ ਜਿਹਾ ਆਈਡੀਆ ਹੋ ਜਾਏਗਾ। ਅੱਛਾ, ਜੋ ਬਰਖਾ ਦੀ ਰੁੱਤ ਹੈ, ਹੁਣ ਆਪਣੇ ਮੀਂਹ ਕਦੋਂ ਪੈਂਦੇ ਨੇ, ਰਾਈਟ? ਤਾਂ ਨਾਲ ਦੀ ਨਾਲ ਤੁਸੀਂ ਇਹ ਵੀ ਲਿਖ ਸਕਦੇ ਹੋ ਕਿ ਜੋ ਬਰਖਾ ਦੀ ਰੁੱਤ ਹੈ ਉਹ ਕਿਹੜੇ ਤੋਂ ਕਿਹੜੇ ਮਹੀਨੇ ਤੱਕ ਹੁੰਦੀ ਹੈ, ਜੂਨ ਤੋਂ ਸਤੰਬਰ। ਅੱਛਾ, ਇਹਦੇ ਵਿੱਚ ਜੋ ਅੱਖਰ ਅਲੱਗ-ਅਲੱਗ ਰੰਗ ਦੇ ਵਿੱਚ ਲਿਖੇ ਗਏ ਨੇ, ਮਤਲਬ ਉਹ ਮੇਨ ਪੁਆਇੰਟ ਨੇ ਜਿਨ੍ਹਾਂ ਨੂੰ ਤੁਸੀਂ ਕਦੇ ਵੀ ਆਪਣੇ ਆਨਸਰ ਦੇ ਵਿੱਚ ਮਿਸ ਨਹੀਂ ਕਰੋਗੇ। ਜਿਵੇਂ ਬਰਖਾ ਰੁੱਤ, ਰਾਈਟ, ਇਹਨੂੰ ਮੈਂ ਰੈੱਡ ਦੇ ਵਿੱਚ ਕੀਤਾਗਾ, ਉਸ ਤੋਂ ਬਾਅਦ ਉਦਾਹਰਨਾਂ ਨੂੰ ਮੈਂ ਵੱਖਰੇ ਕਲਰ ਦੇ ਵਿੱਚ ਸ਼ੋ ਕੀਤਾ। ਔਰ ਜੋ ਬਰਖਾ ਦੀ ਰੁੱਤ ਹੈ ਉਹ ਕਦੋਂ ਤੋਂ ਕਦੋਂ ਹੁੰਦੀ ਹੈ, ਜੂਨ ਤੋਂ ਸਤੰਬਰ। ਜਿਵੇਂ ਤੁਹਾਨੂੰ ਪਤਾ ਹੈ ਕਿ ਹੁਣ ਆਪਣਾ ਮਈ ਚੱਲਦਾ ਪਿਆਗਾ, ਮਈ ਤੋਂ ਬਾਅਦ ਹੀ ਜੂਨ ਆਊਗਾ, ਤੇ ਨਾਲ ਦੀ ਨਾਲ ਆਪਣੇ ਜੋ ਚਾਵਲ ਨੇ ਜਾਂ ਜੋ ਨਰਮਾ ਗਾ ਉਹ ਉਗਾਉਣਾ ਸ਼ੁਰੂ ਕੀਤਾ ਜਾਵੇਗਾ। ਠੀਕ ਹੈ ਪੁੱਤਰ, ਪਹਿਲਾਂ ਦੱਸੋ ਇੱਥੋਂ ਤੱਕ ਸਮਝ ਆ ਗਿਆ ਤੁਹਾਨੂੰ? ਹਾਂਜੀ। ਓਕੇ, ਤੁਸੀਂ ਇਹਨਾਂ ਨੂੰ ਲਿਖ ਵੀ ਸਕਦੇ ਹੋ। ਇਹ ਵੀਡੀਓ ਤੁਹਾਡੇ ਨਾਲ ਮੈਂ ਬਾਅਦ ਚ ਵੀ ਸ਼ੇਅਰ ਕਰ ਦਾਂਗਾ, ਤੁਸੀਂ ਇਹਨੂੰ ਜਿੰਨੇ ਵਾਰ ਚਾਹੋ ਉਸ ਤੋਂ ਬਾਅਦ ਵੀ ਦੇਖ ਸਕਦੇ ਹੋ, ਤੇ ਆਪਣੇ ਜੋ ਨੋਟਸ ਹੈ ਉਹ ਬਣਾ ਸਕਦੇ ਹੋ ਬਾਅਦ ਦੇ ਵਿੱਚ। ਅੱਛਾ, ਹੁਣ ਆਪਾਂ ਥੋੜਾ ਜਿਹਾ ਅੱਗੇ ਚੱਲਦੇ ਹਾਂ। ਇਸ ਤੋਂ ਬਾਅਦ ਹੁਣ ਸਾਡੇ ਕੋਲ ਆ ਜਾਂਦੀਆਂ ਨੇ ਬੇਟਾ ਰੱਬੀ ਦੀਆਂ ਫਸਲਾਂ, ਰਾਈਟ? ਰੱਬੀ ਦੀਆਂ ਫਸਲਾਂ, ਰੱਬੀ ਕ੍ਰੌਪ। ਅੱਛਾ, ਰੱਬੀ ਦੀਆਂ ਫਸਲਾਂ ਇਸ ਤੋਂ ਥੋੜਾ ਉਲਟ ਹੋ ਜਾਣਗੀਆਂ, ਰਾਈਟ? ਤੁਹਾਡੇ ਸਾਹਮਣੇ ਇੱਕ ਪਿਕਚਰ ਆਵੇਗੀ, ਸਭ ਤੋਂ ਪਹਿਲਾਂ ਤਾਂ ਤੁਸੀਂ ਉਹਨੂੰ ਦੇਖ ਕੇ ਦੱਸਣਾਗਾ ਕਿ ਉਹਦੇ ਵਿੱਚ ਕਿਹੜੀ ਫਸਲ ਸ਼ੋ ਕੀਤੀ ਗਈ ਹੈ। ਕਣਕ। ਯੈਸ ਬੇਟਾ, ਕਣਕ, ਦੈਟਸ ਗੁੱਡ। ਇਹਦੇ ਵਿੱਚ ਆਪਾਂ ਕਣਕ ਸ਼ੋ ਕੀਤੀ, ਉਹਦੀ ਵਾਢੀ ਸ਼ੋ ਕੀਤੀ ਹੈ, ਰਾਈਟ, ਜੋ ਕਿ ਹੁਣੇ-ਹੁਣੇ ਹੋ ਕੇ ਹਟੀ ਹੈ ਕੰਬਾਈਨ ਦੇ ਨਾਲ। ਉਸ ਤੋਂ ਬਾਅਦ ਇੱਕ ਹੋਰ ਹੈ ਬੇਟਾ ਨਾਲ, ਸੈਕੰਡ ਪਿਕਚਰ, ਉਹਨੂੰ ਧਿਆਨ ਨਾਲ ਦੇਖੋ। ਸਰੋਂ। ਯੈਸ ਬੇਟਾ, ਵੈਰੀ ਗੁੱਡ। ਸੋ ਇਹ ਆ ਗਈ ਆਪਣੀ ਸਰੋਂ, ਰਾਈਟ? ਸੋ ਇਹ ਜਿਹੜੀਆਂ ਕਾਮਨ ਦੀਆਂ ਫਸਲਾਂ ਨੇ, ਅਗੇਨ ਤੁਹਾਨੂੰ ਯਾਦ ਰੱਖਣਾ ਥੋੜਾ ਈਜ਼ੀ ਹੋ ਜਾਂਦਾ ਹੈ ਇਹਨਾਂ ਪਿਕਚਰ ਨੂੰ ਦੇਖ ਕੇ। ਸੋ ਜੋ ਆਪਣੀ ਕਣਕ ਹੈ, ਜਿਹਨੂੰ ਵੀਟ ਕਹਿੰਦੇ ਆ ਅਸੀਂ ਇੰਗਲਿਸ਼ ਦੇ ਵਿੱਚ, ਤੁਸੀਂ ਕਣਕ ਲਿਖ ਸਕਦੇ ਹੋ ਸਿੰਪਲ। ਤੇ ਜੋ ਸਰੋਂ ਹੈ, ਆਪਣਾ ਸਰੋਂ ਹੈ, ਇਹ ਸਾਡੀਆਂ ਆ ਗਈਆਂ ਰੱਬੀ ਦੀਆਂ ਫਸਲਾਂ, ਰਾਈਟ? ਤੋ ਇਸ ਤੋਂ ਬਾਅਦ ਆਪਣਾ ਉਹੀ ਲਿਖਾਂਗੇ। ਅੱਛਾ, ਜੋ ਖਰੀਫ ਤੇ ਰੱਬੀ ਦੀਆਂ ਫਸਲਾਂ ਨੇ, ਜੋ ਖਰੀਫ ਤੇ ਰੱਬੀ ਦੀਆਂ ਫਸਲਾਂ ਨੇ, ਬਹੁਤ ਇੰਪੋਰਟੈਂਟ ਕੁਐਸਚਨ ਹੈ ਤੁਹਾਡਾ ਪੇਪਰ ਦੇ ਲਈ ਵੀ। ਜਿਵੇਂ ਤੁਹਾਡੀ 8th ਕਲਾਸ ਬੋਰਡ ਦੀ ਕਲਾਸ ਹੈ, ਉਹਦੇ ਲਈ ਬਹੁਤ ਇੰਪੋਰਟੈਂਟ ਕੁਐਸਚਨ ਹੈ। ਇੱਥੋਂ ਕੁਐਸਚਨ ਬਣਦਾ ਹੀ ਬਣਦਾ ਤੁਹਾਡਾ ਇਸ ਟੌਪਿਕ ਦੇ ਵਿੱਚੋਂ। ਇਸ ਤੋਂ ਬਾਅਦ ਤੁਸੀਂ ਡੈਫੀਨੇਸ਼ਨ ਇਹਦੀ ਉਹ ਲਿਖ ਸਕਦੇ ਹੋ। ਇਹ ਉਹ ਫਸਲਾਂ ਨੇ ਜੋ ਸਰਦੀ ਦੀ ਰੁੱਤ ਵਿੱਚ ਉਗਾਈਆਂ ਜਾਂਦੀਆਂ ਨੇ। ਜਿਵੇਂ ਤੁਹਾਨੂੰ ਪਤਾ ਹੈ ਕਣਕ ਅਕਤੂਬਰ ਦੇ ਵਿੱਚ ਆਮ ਤੌਰ ਤੇ ਬੀਜੀ ਜਾਂਦੀ ਹੈ, ਉਸ ਤੋਂ ਬਾਅਦ ਮਾਰਚ ਅਪ੍ਰੈਲ ਤੱਕ ਚੱਲਦੀ ਹੈ। ਤਾਂ ਇਨ ਬਿਟਵੀਨ ਜੋ ਵੀ ਟਾਈਮ ਹੁੰਦਾ ਬੇਟਾ ਉਹ ਸਰਦੀ ਦਾ ਹੁੰਦਾਗਾ। ਇਹ ਫਸਲਾਂ ਸਰਦੀ ਦੀ ਰੁੱਤ ਵਿੱਚ ਉਗਾਈਆਂ ਜਾਂਦੀਆਂ ਨੇ। ਉਦਾਹਰਨ ਤੁਸੀਂ ਬਹੁਤ ਸੌਖੀ ਯਾਦ ਕਰ ਸਕਦੇ ਹੋ, ਕੁਝ ਵੀ ਜ਼ਿਆਦਾ ਔਖਾ ਨਹੀਂ ਹੈ ਇਹਦੇ ਵਿੱਚ। ਕਣਕ, ਸਰੋਂ ਆਦਿ, ਰਾਈਟ? ਇਹ ਆ ਗਈ ਦੀ ਉਦਾਹਰਨ। ਉਸ ਤੋਂ ਬਾਅਦ ਜੋ ਮਹੀਨਾ ਗਾ ਸਰਦੀ ਰੁੱਤ ਕਦੋਂ ਤੋਂ ਕਦੋਂ ਤੱਕ ਹੁੰਦੀ ਹੈ, ਅਕਤੂਬਰ ਤੋਂ ਮਾਰਚ ਤੁਸੀਂ ਲਿਖ ਸਕਦੇ ਹੋ। ਅਕਤੂਬਰ ਤੋਂ ਬਾਅਦ ਠੰਡ ਪੈਣੀ ਸ਼ੁਰੂ ਹੋ ਜਾਂਦੀ ਹੈ ਤੇ ਆਲਮੋਸਟ ਮਾਰਚ ਤੱਕ ਚੱਲਦੀ ਹੈ ਟੋਟਲ। ਹਾਲਾਂਕਿ ਜੋ ਵਿੱਚ ਵਾਲੇ ਮਹੀਨੇ ਹੁੰਦੇ ਨੇ ਬੇਟਾ, ਜਿਵੇਂ ਨਵੰਬਰ, ਦਸੰਬਰ, ਜਨਵਰੀ, ਉਦੋਂ ਬਹੁਤ ਜ਼ਿਆਦਾ ਠੰਡ ਹੁੰਦੀ ਹੈ। ਲੇਕਿਨ ਜੋ ਸਰਦੀ ਦਾ ਟਾਈਮ ਅਸੀਂ ਲਿਖਦੇ ਹਾਂ ਤੁਹਾਡੀ ਬੁੱਕ ਦੇ ਮੁਤਾਬਕ, ਉਹ ਅਸੀਂ ਲਿਖਾਂਗੇ ਅਕਤੂਬਰ ਤੋਂ ਮਾਰਚ। ਹਾਂਜੀ ਬੇਟਾ, ਹੁਣ ਦੱਸੋ ਇਹ ਦੋਨੋਂ ਤੁਹਾਨੂੰ ਸਮਝ ਆ ਗਏ? ਬਹੁਤ ਇੰਪੋਰਟੈਂਟ ਨੇ ਇਹ ਦੋਨੋਂ ਕੁਐਸਚਨ, ਖਰੀਫ ਤੇ ਰੱਬੀ ਦੀਆਂ ਫਸਲਾਂ। ਹਾਂਜੀ, ਸਮਝਾ ਗਿਆ। ਓਕੇ ਬੇਟਾ, ਦੈਟਸ ਗੁੱਡ। ਇਸ ਤੋਂ ਬਾਅਦ ਆਪਾਂ ਚਲੋ ਇੱਕ ਕੰਮ ਕਰਦੇ ਹਾਂ। ਹੁਣ ਤੁਹਾਡੀ ਜੋ ਐਕਸਰਸਾਈਜ਼ ਹੈ, ਮਤਲਬ ਜੋ ਅਭਿਆਸ ਹੈ, ਆਪਾਂ ਉਹਦੇ ਕੁਐਸਚਨ ਵੀ ਨਾਲ ਦੀ ਨਾਲ ਸਮਝਿਆ ਕਰਾਂਗੇ ਟੌਪਿਕ ਪੂਰਾ ਕਰਨ ਤੋਂ ਬਾਅਦ। ਆਪਾਂ ਇਹਨੂੰ ਨਾਲ ਦੀ ਨਾਲ ਕਰਿਆ ਕਰਾਂਗੇ। ਜਿਵੇਂ ਤੁਹਾਡਾ ਪਹਿਲਾ ਹੀ ਕੁਐਸਚਨ ਹੈ, ਤੁਹਾਡੀ ਖਾਲੀ ਥਾਂ ਗਈ ਇਹ ਬੁੱਕ ਦੇ ਉੱਪਰ, ਕਿ ਇੱਕੋ ਕਿਸਮ ਦੇ ਪੌਦਿਆਂ ਨੂੰ ਇੱਕੋ ਥਾਂ ਤੇ ਵੱਡੇ ਪੱਧਰ ਤੇ ਉਗਾਉਣ ਨੂੰ ਅਸੀਂ ਕੀ ਬੋਲਦੇ ਹਾਂ? ਕੀ ਕੋਈ ਬੱਚਾ ਆਨਸਰ ਦੇ ਸਕਦਾ ਹੈ? ਅਗਰ ਤੁਸੀਂ ਇੱਕੋ ਤਰ੍ਹਾਂ ਦੇ ਪੌਦੇ, ਉਹਨਾਂ ਨੂੰ ਬਹੁਤ ਵੱਡੇ ਪੱਧਰ ਤੇ ਉਗਾਤਾ, ਮੀਨ ਟੂ ਸੇ ਕਿੱਲਾ 2 ਕਿੱਲੇ ਦੇ ਵਿੱਚ ਤੁਸੀਂ ਉਹਨਾਂ ਨੂੰ ਉਗਾਤਾ, ਬਹੁਤ ਸਾਰੇ ਪੌਦੇ ਇੱਕ ਜਗ੍ਹਾ ਤੇ ਤੁਸੀਂ ਇਕੱਠੇ ਉਗਾਤੇ, ਤਾਂ ਅਸੀਂ ਇਹਨੂੰ ਕੀ ਬੋਲਾਂਗੇ? ਤੁਹਾਡੇ ਕੋਲ ਆਪਸ਼ਨ ਹੈਗੇ ਨੇ ਬੇਟਾ। ਯੈਸ, ਫਸਲ। ਯੈਸ, ਦੈਟਸ ਗੁੱਡ ਬੇਟਾ, ਫਸਲ, ਕ੍ਰੌਪ। ਫਸਲ ਨੂੰ ਅਸੀਂ ਇੰਗਲਿਸ਼ ਦੇ ਵਿੱਚ ਕ੍ਰੌਪ ਬੋਲਦੇ ਹਾਂ, CROP, ਰਾਈਟ? ਤੋ ਕ੍ਰੌਪ ਜਾਂ ਫਸਲ ਦੀ ਤੁਸੀਂ ਪਰਿਭਾਸ਼ਾ ਵੀ ਲਿਖ ਸਕਦੇ ਹੋ ਬੇਟਾ, ਕਿ ਜਦੋਂ ਅਸੀਂ ਇੱਕੋ ਕਿਸਮ ਦੇ ਪੌਦੇ
ਇੱਕੋ ਜਗ੍ਹਾ ਤੇ ਬਹੁਤ ਵੱਡੇ ਪੱਧਰ ਤੇ ਉਗਾਉਣੇ ਆ, ਬਹੁਤ ਤਰ੍ਹਾਂ ਦੇ ਪੌਦੇ ਇੱਕੋ ਜਗ੍ਹਾ ਤੇ ਬਹੁਤ ਵੱਡੇ ਪੱਧਰ ਤੇ ਉਗਾਉਣੇ ਆ, ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਅਸੀਂ ਉਗਾਉਣੇ ਆ ਤਾਂ ਅਸੀਂ ਉਹਨੂੰ ਫਸਲ ਬੋਲਦੇ ਆ। ਇਸ ਤੋਂ ਬਾਅਦ ਜਿਵੇਂ ਤੁਹਾਡਾ ਤੀਸਰਾ ਕੁਐਸਚਨ ਹੈ ਐਕਸਰਸਾਈਜ਼ ਦਾ, ਅਭਿਆਸ ਦਾ, ਹਰ ਇੱਕ ਦੀਆਂ ਦੋ ਦੋ ਉਦਾਹਰਨਾਂ ਦਿਓ, ਰਾਈਟ? ਜਸਟ ਤੁਸੀਂ ਐਗਜ਼ਾਮਪਲ ਦੇਣੀਆਂ ਨੇ। ਅੱਛਾ, ਖਰੀਫ ਦੀ ਫਸਲ ਨੂੰ ਇੱਥੇ ਤੁਹਾਨੂੰ ਹੋਰ ਸਿੱਖਣ ਨੂੰ ਮਿਲੂਗਾ। ਆਮ ਭਾਸ਼ਾ ਦੇ ਵਿੱਚ ਜੋ ਆਪਣੇ ਪਿੰਡਾਂ ਦੀ ਭਾਸ਼ਾ ਹੈਗੀ ਉਹਦੇ ਵਿੱਚ ਅਸੀਂ ਖਰੀਫ ਦੀਆਂ ਫਸਲਾਂ ਨਹੀਂ ਬੋਲਦੇ, ਅਸੀਂ ਸੌਣੀ ਤੇ ਹਾੜੀ ਦੀਆਂ ਫਸਲਾਂ ਬੋਲਦੇ ਹਾਂ। ਸੋ ਜੋ ਸਾਡੀਆਂ ਖਰੀਫ ਦੀਆਂ ਫਸਲਾਂ ਨੇ ਇਹਨਾਂ ਨੂੰ ਅਸੀਂ ਸੌਣੀ ਦੀਆਂ ਫਸਲਾਂ ਬੋਲਦੇ ਹਾਂ, ਔਰ ਜੋ ਸਾਡੀਆਂ ਰੱਬੀ ਦੀਆਂ ਫਸਲਾਂ ਨੇ ਇਹਨਾਂ ਨੂੰ ਅਸੀਂ ਹਾੜੀ ਦੀਆਂ ਫਸਲਾਂ ਵੀ ਬੋਲਦੇ ਹਾਂ। ਫॉर एग्जांपल ਅਗਰ ਤੁਹਾਨੂੰ ਪ੍ਰਸ਼ਨ ਆ ਜਾਏ ਹਾੜੀ ਦੀਆਂ ਫਸਲਾਂ ਦੀ ਪਰਿਭਾਸ਼ਾ ਦਿਓ ਤਾਂ ਤੁਹਾਨੂੰ ਸਮਝਣਾ ਪਵੇਗਾ ਕਿ ਇਹੀ ਸਾਡੀਆਂ ਰੱਬੀ ਦੀਆਂ ਫਸਲਾਂ ਨੇ, ਉਹਨਾਂ ਦੀ ਹੀ ਪਰਿਭਾਸ਼ਾ ਤੁਹਾਨੂੰ ਪੁੱਛੀ ਗਈ ਹੈ। ਅੱਛਾ ਚਲੋ, ਊੜੇ ਭਾਗ ਦਾ ਆਨਸਰ ਕੀ ਕੋਈ ਬੱਚਾ ਦੇ ਸਕਦਾ ਹੈ ਬੇਟਾ? ਸੌਣੀ ਦੀਆਂ ਫਸਲਾਂ ਝੋਨਾ ਤੇ ਮੱਕੀ। दैट्स गुड बेटा, ਝੋਨਾ। सेकंड, सेकंड बेटा मक्की। मक्की, ओके। अनहाड़ी ਦੀਆਂ ਫਸਲਾਂ कणक ਝੋਨਾ। ओके, कणक सरों, दैट्स गुड। ਚਲੋ ਇੱਕ ਤੁਹਾਨੂੰ ਹੋਮਵਰਕ ਜਿਹੜਾ ਮੈਂ ਅੱਜ ਦੇਵਾਂਗਾ ਉਹ ਇਹੀ ਹੈਗਾ ਤੁਹਾਡਾ ਕਿ ਤੁਹਾਡੀ ਬੁੱਕ ਤੇ ਹੋਰ ਵੀ ਬਹੁਤ ਸਾਰੀਆਂ ਫਸਲਾਂ ਲਿਖੀਆਂ ਹੋਈਆਂ ਨੇ। ਜਿਵੇਂ ਅਗਰ ਅਸੀਂ ਕਿਤੇ ਵੱਡੇ ਕੰਪੀਟੀਟਿਵ ਪੇਪਰ ਦੇਣਾਗਾ, ਐਮਸੀਕਿਊ ਵਾਲਾ ਪੇਪਰ ਦੇਣਾ ਅਸੀਂ, ਤਾਂ ਉਹਦੇ ਵਿੱਚ ਕੋਈ ਵੀ ਫਸਲ ਆ ਸਕਦੀ ਹੈ। ਤਾਂ ਜਿੰਨੀਆਂ ਵੀ ਤੁਹਾਡੀਆਂ ਬੁੱਕ ਤੇ ਹੋਰ ਉਦਾਹਰਨਾਂ ਦਿੱਤੀਆਂ ਨੇ, ਹੋਰ ਐਗਜ਼ਾਮਪਲ ਦਿੱਤੀਆਂ ਨੇ, ਤੁਸੀਂ ਉਹਨੂੰ ਟੇਬਲ ਦੀ ਫਾਰਮ ਦੇ ਵਿੱਚ ਲਿਖੋਗੇ। ਜਿਵੇਂ ਰੱਬੀ ਦੀਆਂ ਫਸਲਾਂ ਅੱਡ ਲਿਖ ਲਓਗੇ, ਖਰੀਫ ਦੀਆਂ ਫਸਲਾਂ ਅੱਡ ਲਿਖ ਲਓਗੇ, ਰਾਈਟ? ਤਾਂ ਕਿ ਤੁਹਾਨੂੰ ਬਾਅਦ ਵਿੱਚ ਯਾਦ ਕਰਨਾ ਈਜ਼ੀ ਹੋ ਜਾਏ। पेपर ਲਈ ਤੁਸੀਂ ਦੋ ਦੋ ਉਦਾਹਰਨਾਂ ਯਾਦ ਕਰ ਸਕਦੇ ਹੋ, ਲੇਕਿਨ ਅਗਰ ਤੁਸੀਂ ਕੋਈ ਹੋਰ ਪੇਪਰ ਦੇਣਾ, ਐਮਸੀਕਿਊ ਵਾਲਾ ਪੇਪਰ ਦੇਣਾ, ਤਾਂ ਉਹਦੇ ਲਈ ਤੁਸੀਂ ਉਹਨਾਂ ਨੂੰ ਅੱਡ-ਅੱਡ ਲਿਖ ਲਓਗੇ ਤੇ ਉਹਨਾਂ ਨੂੰ ਰਿਵਾਈਜ਼ ਕਰੋਗੇ। ਰਿਵੀਜ਼ਨ ਦੇ ਨਾਲ ਆਪਣੇ ਆਪ ਹੌਲੀ-ਹੌਲੀ ਉਹ ਯਾਦ ਹੋ ਜਾਣਗੀਆਂ ਤੁਹਾਡੇ। ਅੱਛਾ, ਅਗਲਾ ਕੁਐਸਚਨ ਬੇਟਾ, ਇੱਕ 7ਵਾਂ ਕੁਐਸਚਨ ਵੀ ਹੈ। ਅੱਛਾ, ਇਹਨਾਂ ਨੇ ਬੜਾ ਵਧੀਆ ਕੁਐਸਚਨ ਪੁੱਛਿਆ, ਅਗਰ ਆਪਾਂ ਕਣਕ ਨੂੰ ਖਰੀਫ ਦੀਆਂ ਫਸਲਾਂ ਦੇ ਮੌਸਮ ਦੇ ਵਿੱਚ ਬੀਜ ਦਈਏ, ਸੌਣੀ ਦੇ ਵਿੱਚ ਬੀਜ ਦਈਏ ਤਾਂ ਕੀ ਹੋਵੇਗਾ? ਮਤਲਬ ਜੇ ਆਪਾਂ ਕਣਕ ਨੂੰ ਬੇਟਾ ਅੱਗੇ ਜੂਨ ਵਗੈਰਾ ਚ ਬੀਜ ਦਈਏ ਤਾਂ ਕੀ ਹੋਊਗਾ? ਝੋਨੇ ਦੀ ਜਗ੍ਹਾ ਬੀਜ ਦਈਏ ਤਾਂ ਕੀ ਹੋ ਸਕਦਾ ਹੈ ਤੁਹਾਡੇ ਮੁਤਾਬਕ? ਅੱਛਾ, ਇਹਦੇ ਵਿੱਚ ਮੇਨ ਪਤਾ ਕੀ ਹੈ ਕਿ ਜੋ ਆਪਣੀਆਂ ਹਾੜੀ ਦੀਆਂ ਫਸਲਾਂ ਨੇ, ਰੱਬੀ ਦੀਆਂ ਫਸਲਾਂ ਨੇ, ਉਹਨਾਂ ਨੂੰ ਘੱਟ ਟੈਂਪਰੇਚਰ, ਘੱਟ ਤਾਪਮਾਨ ਦੀ ਲੋੜ ਪੈਂਦੀ ਹੈ ਬੇਟਾ ਉਗਾਉਣ ਲਈ। ਘੱਟ ਪਾਣੀ ਤੇ ਘੱਟ ਤਾਪਮਾਨ। ਐਂਡ ਸਾਨੂੰ ਪਤਾ ਜੇ ਅਸੀਂ ਉਹਨਾਂ ਨੂੰ ਜੂਨ ਵਗੈਰਾ ਚ ਬੀਜ ਦਾਂਗੇ ਕਣਕ ਨੂੰ, ਤਾਂ ਜੂਨ ਦੇ ਵਿੱਚ ਤਾਂ ਗਰਮੀ ਬਹੁਤ ਹੁੰਦੀ ਹੈ। ਮੀਨ ਟੂ ਸੇ ਤਾਪਮਾਨ ਜਿਹੜਾ ਟੈਂਪਰੇਚਰ ਹੈ ਉਹ ਬੜਾ ਜ਼ਿਆਦਾ ਹੋਊਗਾ, ਜਿਹਦੇ ਨਾਲ ਜਿਹੜੀ ਆਪਣੀ ਫਸਲ ਹੈ ਨਾ ਉਹਦੀ ਜੋ ਪੈਦਾਵਾਰ ਹੈ ਉਹ ਬਹੁਤ ਘੱਟ ਹੋ ਜਾਊਗੀ। ਤਾਂ ਕਰਕੇ ਸਾਨੂੰ ਕੋਈ ਫਾਇਦਾ ਨਹੀਂ। ਮਤਲਬ ਹਰ ਫਸਲ ਨੂੰ ਕਿਸੇ ਨੂੰ ਜ਼ਿਆਦਾ ਠੰਡ ਚਾਹੀਦੀ ਹੈ, ਕਿਸੇ ਨੂੰ ਜ਼ਿਆਦਾ ਗਰਮੀ ਚਾਹੀਦੀ ਹੈ, ਠੀਕ ਹੈ? ਤਾਂ ਇਹਦਾ ਅਸੀਂ ਆਨਸਰ ਕਿਵੇਂ ਦੇਵਾਂਗੇ? ਵੈਸੇ ਮੈਂ ਪੀਡੀਐਫ ਦੇ ਵਿੱਚ ਆਨਸਰ ਤੁਹਾਨੂੰ ਲਿਖ ਕੇ ਭੇਜ ਦੂੰਗਾ, ਆਈ ਥਿੰਕ ਮੈਂ ਭੇਜ ਵੀ ਦਿੱਤਾ ਹੋਇਆ ਪਹਿਲਾਂ। ਤਾਂ ਇਹਦਾ ਅਸੀਂ ਆਨਸਰ ਇਦਾਂ ਲਿਖਾਂਗੇ ਕਿ ਜੋ ਸਾਡੀ ਕਣਕ ਹੈ ਇਹ ਸਾਡੀ ਰੱਬੀ ਦੀ ਫਸਲ ਹੈ। ਇਸ ਨੂੰ ਉਗਣ ਦੇ ਲਈ ਜੋ ਜ਼ਿਆਦਾ ਸਰਦੀ ਦੀ ਲੋੜ ਹੁੰਦੀ ਹੈ ਤੇ ਘੱਟ ਪਾਣੀ ਦੀ ਲੋੜ ਹੁੰਦੀ ਹੈ, ਇਸ ਲਈ ਅਸੀਂ ਇਹਨੂੰ ਗਰਮੀ ਦੇ ਮੌਸਮ ਦੇ ਵਿੱਚ ਨਹੀਂ ਬੀਜ ਸਕਦੇ। ਇਦਾਂ ਕਰਨ ਨਾਲ ਇਹਦੀ ਜੋ ਪ੍ਰੋਡਕਸ਼ਨ ਹੈ, ਜੋ ਇਹਦੀ ਪੈਦਾਵਾਰ ਹੈ ਬੇਟਾ ਉਹ ਘਟ ਜੂਗੀ। ਠੀਕ ਹੈ, ਸਮਝ ਆ ਗਿਆ? ਅੱਛਾ, ਇਹ ਦੱਸੋ ਫਿਰ ਕਣਕ ਨੂੰ ਜ਼ਿਆਦਾ ਤਾਪਮਾਨ ਦੀ ਲੋੜ ਹੁੰਦੀ ਹੈ ਜਾਂ ਘੱਟ ਤਾਪਮਾਨ ਦੀ ਲੋੜ ਹੁੰਦੀ ਹੈ? ਘੱਟ ਤਾਪਮਾਨ। ਘੱਟ ਤਾਪਮਾਨ ਦੀ, ਦੈਟਸ ਗੁੱਡ। ਤਾਂ ਹੀ ਇਹਦਾ ਜੋ ਟਾਈਮ ਹੈ ਬੇਟਾ ਉਹ ਹੈਗਾ ਅਕਤੂਬਰ ਤੋਂ ਮਾਰਚ, ਜਦੋਂ ਠੰਡ ਹੁੰਦੀ ਹੈ, ਜਿਹਦੇ ਨਾਲ ਇਹਦੀ ਜੋ ਪੈਦਾਵਾਰ ਹੈ ਉਹ ਜ਼ਿਆਦਾ ਹੋ ਜਾਂਦੀ ਹੈ। ਸੋ ਇਸ ਲਈ ਤੁਹਾਨੂੰ ਇੱਥੋਂ ਪਤਾ ਲੱਗ ਗਿਆ ਕਿ ਹਰ ਫਸਲ ਦਾ ਇੱਕ ਟਾਈਮ ਹੈ, ਉਹਨੂੰ ਉਗਾਉਣ ਦਾ ਇੱਕ ਟਾਈਮ ਹੈ। ਚਲੋ, ਇੱਥੋਂ ਤੱਕ ਅਗਰ ਤੁਹਾਨੂੰ ਸਮਝ ਆਇਆ ਤੇ ਹੁਣ ਆਪਾਂ ਥੋੜਾ ਜਿਹਾ ਹੋਰ ਕਰਾਂਗੇ ਬੇਟਾ, ਬਹੁਤ ਜ਼ਿਆਦਾ ਨਹੀਂ ਕਰਾਂਗੇ, ਬਸ ਥੋੜਾ ਜਿਹਾ ਟੌਪਿਕ ਹੋਰ ਹੈ। ਪਹਿਲਾ ਦਿਨ ਹੈ ਅੱਜ ਜੂਨ ਕਲਾਸ ਦਾ, ਤਾਂ ਕਰਕੇ। ਸੋ ਫਸਲ ਉਤਪਾਦਨ ਸੰਬੰਧੀ ਮੁੱਖ ਖੇਤੀ ਪद्धतियां, ਇਹ ਆਪਣਾ ਹੈਡਿੰਗ ਹੈ। ਮੀਨ ਟੂ ਸੇ ਅਸੀਂ ਇਹਦੇ ਵਿੱਚ ਇਹ ਗੱਲ ਕਰਾਂਗੇ ਕਿ ਸ਼ੁਰੂ ਤੋਂ ਲੈ ਕੇ ਖੇਤ ਦੀ ਤਿਆਰੀ ਕਰਨ ਤੋਂ ਲੈ ਕੇ ਫਸਲ ਜਦੋਂ ਸਾਡੇ ਘਰ ਆ ਗਈ ਅਸੀਂ ਉਹਨੂੰ ਸਟੋਰ ਵੀ ਕਿਵੇਂ ਕਰਨਾ, ਪੂਰੀ ਗੱਲ ਇਹਦੇ ਵਿੱਚ ਅਸੀਂ ਡਿਸਕਸ ਕਰਾਂਗੇ। ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਜੋ ਸਾਡਾ ਸਭ ਤੋਂ ਪਹਿਲਾ ਸਟੈਪ ਹੋਏਗਾ ਉਹ ਹੋਏਗਾ ਖੇਤ ਦੀ ਤਿਆਰੀ। ਸਭ ਤੋਂ ਪਹਿਲਾਂ ਤਾਂ ਜਿਵੇਂ ਹੁਣ ਖੇਤ ਬੇਟਾ ਹੁਣ ਖਾਲੀ ਪਏ ਹੋਣਗੇ ਖੇਤ, ਹਨਾ? ਹੁਣ ਜਦੋਂ ਕਿਸਾਨ ਅਗਲੀ ਫਸਲ ਬੀਜਣਗੇ ਤਾਂ ਸਭ ਤੋਂ ਪਹਿਲਾਂ ਤਾਂ ਉਹ ਖੇਤ ਨੂੰ ਤਿਆਰ ਕਰਨਗੇ ਅਗਲੀ ਫਸਲ ਦੇ ਲਈ। ਸੋ ਸਭ ਤੋਂ ਪਹਿਲਾਂ ਖੇਤ ਦੀ ਤਿਆਰੀ ਆ ਗਈ। ਉਸ ਤੋਂ ਬਾਅਦ
ਉਹਦੇ ਵਿੱਚੋਂ ਬੀਜ ਬੀਜਣਗੇ, ਜਿਹਨੂੰ ਸੋਇੰਗ ਵੀ ਬੋਲਦੇ ਆ ਇੰਗਲਿਸ਼ ਦੇ ਵਿੱਚ, ਬੀਜ ਬੀਜਣਾ। ਬੀਜ ਬੀਜਣ ਤੋਂ ਬਾਅਦ ਤੀਜਾ ਆ ਗਿਆ ਸਾਡਾ ਖਾਦ ਵਗੈਰਾ ਪਾਈ ਜਾਂਦੀ ਹੈ ਖੇਤ ਦੇ ਵਿੱਚ। ਇਹ ਜੋ ਵੀ ਸਾਰੇ ਸਟੈਪ ਨੇ ਬੇਟਾ, ਇਹ ਅੱਗੇ ਪਿੱਛੇ ਵੀ ਹੋ ਸਕਦੇ ਨੇ। ਹੋ ਸਕਦਾ ਹੈ ਕਿਸੇ ਫਸਲ ਨੂੰ ਪਹਿਲਾਂ ਪਾਣੀ ਲਾਉਣਾ ਪਵੇ, ਰਾਈਟ, ਬਾਅਦ ਦੇ ਵਿੱਚ ਬੀਜ ਜਾਣ, ਮੀਨ ਤੁਸੀਂ ਅੱਗੇ ਪਿੱਛੇ ਵੀ ਹੋ ਸਕਦੇ ਨੇ, ਲੇਕਿਨ ਇਹ ਸਟੈਪ ਸਾਡੇ ਮੇਨ ਨੇ। ਖੇਤ ਦੀ ਤਿਆਰੀ, ਬੀਜ ਬੀਜਣਾ, ਖਾਦ ਪਾਉਣਾ, ਖਾਦ ਪਾਉਣ ਤੋਂ ਬਾਅਦ ਬੇਟਾ ਖੇਤ ਨੂੰ ਪਾਣੀ ਲਾਉਣਾ, ਜਿਹਨੂੰ ਅਸੀਂ ਸਿੰਚਾਈ ਬੋਲ ਦਿੰਦੇ ਆ, ਰਾਈਟ। ਜੋ ਫਸਲ ਹੋਊਗੀ ਸਾਡੀ, ਉਹਨੂੰ ਪਾਣੀ ਵੀ ਲਾਇਆ ਜਾਂਦਾ ਹੈਗਾ, ਉਹਨੂੰ ਇੰਗਲਿਸ਼ ਦੇ ਵਿੱਚ ਬੋਲਦੇ ਆ ਇਰੀਗੇਸ਼ਨ। ਅੱਛਾ, ਛੋਟੇ ਛੋਟੇ ਵਰਡ ਇੰਗਲਿਸ਼ ਵਾਲੇ ਵੀ ਤੁਸੀਂ ਨੋਟ ਕਰ ਸਕਦੇ ਹੋ ਅਗਰ ਕੋਈ ਬੱਚਾ ਕਰਨਾ ਚਾਹੁੰਦਾ ਹੈ, ਰਾਈਟ। ਅਦਰਵਾਈਜ਼ ਤੁਸੀਂ ਡਾਇਰੈਕਟ ਪੰਜਾਬੀ ਨਾਲ ਵੀ ਜਾ ਸਕਦੇ ਹੋ, ਜਿਨ੍ਹਾਂ ਦਾ ਮੀਡੀਅਮ ਪੰਜਾਬੀ ਹੈ। ਉਸ ਤੋਂ ਬਾਅਦ ਗੋਡੀ। ਗੋਡੀ ਦਾ ਮਤਲਬ ਇਹ ਹੁੰਦਾ ਬੇਟਾ, ਜੋ ਐਕਸਟਰਾ ਕੱਖ ਵਗੈਰਾ ਆ ਜਾਂਦੇ ਨੇ, ਨਦੀਨ ਉਹਨਾਂ ਨੂੰ ਅਸੀਂ ਬੋਲਦੇ ਹਾਂ, ਉਹਨਾਂ ਨੂੰ ਬਾਹਰ ਕੱਢਣਾ, ਉਹਨੂੰ ਬੋਲਦੇ ਆ ਗੋਡੀ ਕਰਨਾ। ਗੋਡੀ ਤੋਂ ਬਾਅਦ ਜਦੋਂ ਫਸਲ ਸਾਡੀ ਪੱਕ ਕੇ ਤਿਆਰ ਹੋ ਜਾਂਦੀ ਹੈ, ਅਸੀਂ ਉਹਦੀ ਵਾਢੀ ਕਰਦੇ ਹਾਂ। ਵਾਢੀ ਕਰਨਾ ਜਿਵੇਂ ਕੰਬਾਈਨ ਨਾਲ ਤੁਸੀਂ ਦੇਖਿਆ ਸੀਗਾ, ਕੰਬਾਈਨ ਦੇ ਨਾਲ ਸ਼ੁਰੂ ਦੇ ਵਿੱਚ ਪਿਕਚਰ ਦੇ ਵਿੱਚ। ਅੱਛਾ, ਜੋ ਸੱਤਵਾਂ ਗਾ ਲਾਸਟ, ਅਸੀਂ ਫਸਲ ਨੂੰ ਵੱਢ ਵੀ ਲਿਆ ਹੈ ਨਾ, ਵਾਢੀ ਕਰ ਲਈ। ਕੀ ਕੋਈ ਬੱਚਾ ਦੱਸੇਗਾ ਕੀ ਬਚਿਆ ਬੇਟਾ? ਇੱਕ ਹੋਰ ਬਚਿਆ ਇਸ ਤੋਂ ਬਾਅਦ। ਵਾਢੀ ਕਰਕੇ ਕੀ ਕਰਦੇ ਹਾਂ ਅਸੀਂ? ਖੁੱਲ ਕੇ ਦੱਸੋ, ਕੋਈ ਗੱਲ ਨਹੀਂ, ਗਲਤ ਹੋ ਜਾਏਗਾ, ਕੋਈ ਇਸ਼ੂ ਨਹੀਂ ਹੈ ਬੇਟਾ। ਵਾਢੀ ਕਰਕੇ ਕਣਕ ਨੂੰ ਕੀ ਕੀਤਾ ਜਾਂਦਾਗਾ? ਸਟੋਰ ਕੀਤਾ ਜਾਂਦਾਗਾ। ਉਹ ਘਰਾਂ ਦੇ ਵਿੱਚ ਵੀ ਕਰ ਸਕਦੇ ਆ, ਰਾਈਟ, ਸਟੋਰੇਜ। ਸੋ ਲਾਸਟ ਆ ਗਿਆ ਸਾਡਾ ਸਟੋਰੇਜ। ਸੋ ਇਹ ਸਾਡੇ 7 ਸਟੈਪ ਨੇ ਬੇਟਾ, ਜਿਹਦੇ ਉੱਪਰ ਪੂਰਾ ਚੈਪਟਰ ਤੁਹਾਡਾ ਡਿਪੈਂਡ ਕਰੂਗਾ। ਅੱਜ ਅਸੀਂ ਸਿਰਫ ਪਹਿਲਾ ਹੀ ਕਰਾਂਗੇ, ਖੇਤ ਦੀ ਤਿਆਰੀ। ਬਸ ਇਸ ਤੋਂ ਬਾਅਦ ਆਪਣੀ ਕਲਾਸ ਖਤਮ ਹੋ ਜਾਊਗੀ, ਸਿਰਫ ਇੱਕ ਹੀ ਕਰਾਂਗੇ ਅੱਜ ਅਸੀਂ, ਖੇਤ ਦੀ ਤਿਆਰੀ। ਸੋ ਖੇਤ ਦੀ ਤਿਆਰੀ ਦੇ ਵਿੱਚ ਜੋ ਸਾਡੀ ਮੇਨ ਗੱਲ ਆ ਜਾਂਦੀ ਹੈ, ਸਭ ਤੋਂ ਪਹਿਲਾਂ ਤਾਂ ਮਿੱਟੀ ਨੂੰ ਉਲਟਾਉਣ ਪਲਟਾਉਣ ਅਤੇ ਪੋਲੀ ਕਰਨ ਦੀ ਜੋ ਪ੍ਰਕਿਰਿਆ, ਉਹਨੂੰ ਅਸੀਂ ਹਲ ਵਾਹੁਣਾ ਬੋਲਦੇ ਹਾਂ ਬੇਟਾ। ਸਭ ਤੋਂ ਪਹਿਲਾਂ ਤਾਂ ਖੇਤ ਦੇ ਵਿੱਚ ਜੋ ਹਲ ਵਗੈਰਾ ਚਲਾਏ ਜਾਂਦੇ ਨੇ, ਜਿਸ ਦੇ ਨਾਲ ਮਿੱਟੀ ਨੂੰ ਪੋਲਾ ਕੀਤਾ ਜਾਂਦਾਗਾ। ਸੋ ਸਭ ਤੋਂ ਪਹਿਲਾਂ ਖੇਤ ਦੀ ਤਿਆਰੀ ਕਰਨੀ ਹੈ ਤਾਂ ਪਹਿਲਾਂ ਹਲ ਵਾਹੁਣਾ ਪਊਗਾ ਤੁਹਾਨੂੰ। ਹਲ ਵਾਹੁਣਾ ਪ੍ਰਕਿਰਿਆ ਕੀ ਹੁੰਦੀ ਹੈ? ਮਿੱਟੀ ਨੂੰ ਉਲਟਾਉਣ ਪਲਟਾਉਣ ਤੇ ਪੋਲੀ ਕਰਨ ਦੀ ਜੋ ਪ੍ਰਕਿਰਿਆ ਹੈਗੀ, ਉਹਨੂੰ ਅਸੀਂ ਹਲ ਵਾਹੁਣਾ ਕਹਿੰਦੇ ਆ। ਅੱਛਾ, ਇਹ ਪ੍ਰਕਿਰਿਆ ਹੁੰਦੀ ਕਿਵੇਂ ਹੈ? ਇਹ ਪ੍ਰਕਿਰਿਆ ਹੁੰਦੀ ਕਿਵੇਂ ਹੈ? ਹੁਣ ਤੁਸੀਂ ਪਿਕਚਰ ਦੇ ਵਿੱਚ ਧਿਆਨ ਨਾਲ ਦੇਖੋ ਬੇਟਾ, ਪਿਕਚਰ ਦਿਖ ਰਹੀ ਹੈ ਤੁਹਾਨੂੰ? ਹਾਂਜੀ। ਓਕੇ, ਇਹ ਉਹ ਟਾਈਮ ਹੈ ਬੇਟਾ, ਬਹੁਤ ਟਾਈਮ ਪਹਿਲਾਂ ਲੋਕ ਇਦਾਂ ਕਰਦੇ ਸੀਗੇ ਮਿੱਟੀ ਨੂੰ ਪੋਲਾ। ਜਦੋਂ ਟਰੈਕਟਰ ਵਗੈਰਾ ਦੀ ਕੋਈ ਸਹੂਲਤ ਨਹੀਂ ਸੀ, ਮਸ਼ੀਨਰੀ ਨਹੀਂ ਸੀ, ਉਦੋਂ ਲੋਕ ਇਦਾਂ ਤੋਂ ਬਲਦਾਂ ਦੀ ਜੋੜੀ ਦੇ ਨਾਲ ਇਦਾਂ ਕਰਦੇ ਸੀ, ਜੋ ਕਿ ਬਹੁਤ ਜ਼ਿਆਦਾ ਟਾਈਮ ਕੰਜ਼ਿਊਮਿੰਗ ਸੀ। ਮਿੰਟੂ ਸੇ ਬਹੁਤ ਟਾਈਮ ਲੱਗ ਜਾਂਦਾ ਸੀ, ਮਿਹਨਤ ਬਹੁਤ ਜ਼ਿਆਦਾ ਸੀ। ਲੇਕਿਨ ਜਿਵੇਂ ਜਿਵੇਂ ਹੌਲੀ ਹੌਲੀ ਟੈਕਨੋਲੋਜੀ ਆਈ, ਤਾਂ ਉਸ ਤੋਂ ਬਾਅਦ ਤੁਸੀਂ ਪਿਕਚਰ ਦੇ ਵਿੱਚ ਦੇਖ ਸਕਦੇ ਹੋ, ਜਿਵੇਂ ਟਰੈਕਟਰ ਆ ਗਿਆ, ਰਾਈਟ। ਹੁਣ ਇਹਦੇ ਨਾਲ ਹਲ ਵਾਏ ਜਾਂਦੇ ਨੇ ਅੱਜ ਦੇ ਟਾਈਮ ਦੇ ਵਿੱਚ। ਇਹਦੇ ਨਾਲ ਸਾਡੇ ਟਾਈਮ ਦੀ ਵੀ ਬਚਤ ਹੁੰਦੀ ਹੈ, ਕੰਮ ਛੇਤੀ ਹੋ ਜਾਂਦਾ ਹੈਗਾ। ਤੋ ਇਹ ਹੈ ਮੇਨ ਹਲ ਵਾਹੁਣਾ। ਖੇਤ ਦੀ ਤਿਆਰੀ ਕਰਨੀ ਕਿਵੇਂ ਹੈ? ਤੁਸੀਂ ਸਿੰਪਲ ਲਿਖ ਸਕਦੇ ਹੋ, ਸਭ ਤੋਂ ਪਹਿਲਾਂ ਅਸੀਂ ਹਲ ਵਾਵਾਂਗੇ, ਹਨਾ। ਪੁਰਾਣੇ ਜ਼ਮਾਨੇ ਦੇ ਵਿੱਚ ਬਲਦਾਂ ਦੀ ਜੋੜੀ ਨਾਲ ਹਲ ਵਾਏ ਜਾਂਦੇ ਸੀ। ਅੱਜ ਕੱਲ ਟਰੈਕਟਰ ਆ ਗਿਆ। ਮਿੰਟੂ ਸੇ ਤੁਸੀਂ ਆਪਣੀ ਸ਼ਬਦਾਂ ਦੇ ਵਿੱਚ ਜਿੱਦਾਂ ਮਰਜ਼ੀ ਲਿਖਣਾ ਉਦਾਂ ਲਿਖ ਸਕਦੇ ਹੋ। ਐ ਨਹੀਂ ਜਿਵੇਂ ਬੁੱਕ ਤੇ ਲਿਖਿਆ ਉਦਾਂ ਹੀ ਲਿਖਣਾ, ਜਿਵੇਂ ਜਿਵੇਂ ਤੁਹਾਡੇ ਦਿਮਾਗ ਦੇ ਵਿੱਚ ਆ ਰਿਹਾ ਸਹੀ ਤਰੀਕੇ ਨਾਲ ਤੁਸੀਂ ਉਦਾਂ ਲਿਖ ਸਕਦੇ ਹੋ। ਇਸ ਤੋਂ ਬਾਅਦ ਇੱਥੇ ਤੁਸੀਂ ਦੇਖ ਸਕਦੇ ਹੋ ਬੇਟਾ, ਉਸ ਤੋਂ ਬਾਅਦ ਹਲ ਵਾਹ ਕੇ ਅਸੀਂ ਜ਼ਮੀਨ ਨੂੰ ਪੱਧਰਾ ਵੀ ਕਰਦੇ ਹਾਂ। ਉਹਦੇ ਲਈ ਸਹਾਗੇ ਦੀ ਵਰਤੋਂ ਵੀ ਕਰਦੇ ਹਾਂ, ਜਾਂ ਕਰਾ ਦੀ, ਕੰਪਿਊਟਰ ਕਰਾ, ਆਪਣੇ ਪਿੰਡਾਂ ਦੇ ਵਿੱਚ ਇੱਕ ਕਹਾਵਤ ਚੱਲਦੀ ਹੈ ਕੰਪਿਊਟਰ ਕਰਾ, ਉਹਦੇ ਨਾਲ ਜ਼ਮੀਨ ਨੂੰ ਪੱਧਰਾ ਵੀ ਕੀਤਾ ਜਾਂਦਾ। ਜਿਵੇਂ ਇੱਥੇ ਤੁਸੀਂ ਦੇਖ ਸਕਦੇ ਹੋ, ਜ਼ਮੀਨ ਨੂੰ ਪੱਧਰਾ ਕੀਤਾ ਗਿਆ ਹੈ ਟੋਟਲ। ਉਸ ਤੋਂ ਬਾਅਦ ਪਹਿਲਾਂ ਹਲ ਵਾਏ, ਪੋਲਾ ਕੀਤਾ ਉਹਨੂੰ, ਉਸ ਤੋਂ ਬਾਅਦ ਪੱਧਰਾ ਕੀਤਾ ਜਾਂਦਾ। ਸੁਹਾਗਾ ਵੀ ਅਸੀਂ ਵਰਤ ਸਕਦੇ ਹਾਂ ਇਹਦੀ ਜਗ੍ਹਾ। ਸੋ ਇਹ ਪੂਰਾ ਪ੍ਰੋਸੈਸ ਹੁੰਦਾ ਬੇਟਾ ਖੇਤ ਦੀ ਤਿਆਰੀ ਕਰਨ ਦਾ। ਇਸ ਤੋਂ ਇਲਾਵਾ ਜ਼ਮੀਨ ਨੂੰ, ਅਗਰ ਸਾਡੇ ਕੋਲ ਥੋੜੀ ਜ਼ਮੀਨ ਹੈ, ਅਸੀਂ ਉਹਨੂੰ ਪੋਲਾ ਕਰਨਾਗਾ, ਰਾਈਟ, ਉਲਟਾਉਣਾ ਪਲਟਾਉਣਾ ਜਾਂ ਪੋਲਾ ਕਰਨਾਗਾ, ਥੋੜੀ ਜਗ੍ਹਾ ਸਾਡੇ ਕੋਲ, ਤਾਂ ਸਾਡੇ ਪਿੰਡਾਂ ਦੇ ਵਿੱਚ ਇਹ ਵੀ ਔਜ਼ਾਰ ਵਰਤਿਆ ਜਾਂਦਾ। ਕੀ ਕੋਈ ਬੱਚਾ ਦੱਸ ਸਕਦਾ ਇਹਦਾ ਨਾਮ ਕੀ ਹੈ? ਕਿੱਦਾਂ ਦੀ ਸ਼ੇਪ ਦਾ ਲੱਗ ਰਿਹਾ ਬੇਟਾ ਇਹ? ਕਹੀ ਟਾਈਪ, ਕਸੀਆ, ਕਹੀ, ਰਾਈਟ, ਕੁਝ ਤੁਸੀਂ ਮਰਜ਼ੀ ਬੋਲ ਸਕਦੇ ਹੋ ਇਹਨੂੰ। ਸੋ ਇਹ ਬਹੁਤ ਥੋੜੀ ਜਿਹੀ ਜਗ੍ਹਾ ਲਈ ਕੰਮ ਹੈਗਾ। ਇਦਾਂ ਨਹੀਂ ਕਿ ਪੂਰੇ ਖੇਤ ਨੂੰ ਤੁਸੀਂ 2-4 ਕਿੱਲਿਆਂ ਨੂੰ ਇਹਦੇ ਨਾਲ ਪੋਲਾ ਕਰ ਸਕਦੇ ਹੋ। ਉਹ ਟਰੈਕਟਰ ਨਾਲ ਹੀ ਹੋਊਗਾ ਪ੍ਰੋਪਰ, ਹਲਾਂ ਦੇ ਨਾਲ ਹੋਊਗਾ ਪ੍ਰੋਪਰ। ਸੋ ਖੇਤ ਦੀ ਤਿਆਰੀ ਦੇ ਵਿੱਚ ਬੇਟਾ ਬਹੁਤ ਜ਼ਿਆਦਾ ਕੁਝ ਨਹੀਂ ਹੈਗਾ। ਮੇਨ ਜੋ ਇਹਦੇ ਵਿੱਚ ਟੌਪਿਕ ਆ ਗਿਆ ਉਹ ਹੈਗਾ ਆਪਣਾ ਹਲ ਵਾਹੁਣਾ। ਖੇਤ ਦੀ ਤਿਆਰੀ ਦੇ ਵਿੱਚ ਮੇਨ ਟੌਪਿਕ ਕੀ ਆ ਗਿਆ? ਹਲ ਵਾਹੁਣਾ। ਹਲ ਪਹਿਲਾਂ ਬਲਦਾਂ ਨਾਲ, ਫਿਰ ਟਰੈਕਟਰਾਂ ਨਾਲ ਲੋਕ ਸ਼ੁਰੂ ਕਰਨ ਲੱਗ ਗਏ। ਉਸ ਤੋਂ ਬਾਅਦ ਜ਼ਮੀਨ ਨੂੰ ਪੱਧਰਾ ਕੀਤਾ ਜਾਂਦਾ ਹੈ, ਸੁਹਾਗੇ ਨਾਲ ਕਰ ਲਓ, ਚਾਹੇ ਕੰਪਿਊਟਰ ਕਰਾ, ਜਿਹਨੂੰ ਆਪਣੇ ਪਿੰਡਾਂ ਦੇ ਵਿੱਚ ਬੋਲਦੇ ਆ,
ਸੋ ਇਹ ਆ ਗਈ ਸਾਡੀ ਮੇਨ ਚੀਜ਼। ਅੱਛਾ ਹੁਣ ਦੱਸੋ ਬੇਟਾ, ਖੇਤ ਦੀ ਤਿਆਰੀ ਸਮਝ ਆ ਗਿਆ ਤੁਹਾਨੂੰ? ਹਾਂਜੀ ਓਕੇ ਦੈਟਸ ਫਾਈਨ ਬੇਟਾ। ਸੋ ਇਹ ਸੀ ਅੱਜ ਦੀ ਆਪਣੀ ਕਲਾਸ। ਆਈ ਹੋਪ ਕਿ ਪਹਿਲੀ ਕਲਾਸ ਸੀ, ਜੂਮ ਤੇ ਤੁਹਾਡੀ ਪਹਿਲੀ ਕਲਾਸ ਸੀ, ਤੁਹਾਡਾ ਵੀ ਨਵਾਂ ਐਕਸਪੀਰੀਅੰਸ ਸੀਗਾ ਇਸ ਦੇ ਪ੍ਰਤੀ। ਜਸਟ ਅ ਮਿੰਟ ਬੇਟਾ, 1 ਮਿੰਟ। ਆਈ ਹੋਪ ਬੇਟਾ ਕਿ ਤੁਹਾਨੂੰ ਸਮਝ ਆ ਗਿਆ ਹੋਊਗਾ ਸਾਰੇ ਬੱਚਿਆਂ ਨੂੰ। ਹਾਂਜੀ ਹੁਣ ਥੋੜੀ ਇਹਦੀ ਪ੍ਰੈਕਟਿਸ ਕਰਨੀ ਹੈ ਬਾਅਦ ਦੇ ਵਿੱਚ ਤੁਸੀਂ, ਠੀਕ ਹੈ।